ਆਪਾਂ ਗੱਲ ਕਰੀਏ ਮਾਲਪੁਰ ਸਟੇਡੀਅਮ ਦੀ, ਜਿੱਥੇ ਅਸੀਂ ਵਿਕਾਸ ਕੰਮਾਂ ਨੂੰ ਲੈ ਕੇ ਜਾਂ ਹੋਰ ਵੱਖ-ਵੱਖ ਮੁੱਦਿਆਂ 'ਤੇ ਆਪ ਜੀ ਨਾਲ ਗੱਲ ਕਰਾਂਗੇ। ਤੇ ਸ਼ੁਰੂਆਤ ਇਸ ਗੁਫ਼ਤਗੂ ਦੀ ਗੱਲ ਕਰਦੇ ਹਾਂ। ਇੱਕ ਮਾਲਪੁਰ ਦੇ ਵਿੱਚ ਸਟੇਡੀਅਮ ਜਿਹੜਾ ਆ ਤੁਹਾਡੀ ਸਰਕਾਰ ਵੇਲੇ ਬਣਿਆ ਸੀਗਾ ਤੇ ਅੱਜ ਉਹ ਤਕਰੀਬਨ 50% ਜਿਹੜਾ ਬਣਿਆ ਤੇ ਇਸ ਵੇਲੇ ਉਹ ਖੰਡਰ ਬਣ ਗਿਆ, ਨਸ਼ੇੜੀਆਂ ਦਾ ਅੱਡਾ ਬਣ ਗਿਆ, ਹੋਰ ਵੀ ਉੱਥੇ ਕਈ ਤਰ੍ਹਾਂ ਦੇ ਗਲਤ ਕੰਮ ਹੁੰਦੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਮੈਨੂੰ ਪਹਿਲੀ ਵਾਰੀ 97 ਦੇ ਵਿੱਚ ਮੌਕਾ ਮਿਲਿਆ, ਉਹ ਸਾਡੀ ਸਰਕਾਰ ਵੀ ਬਣੀ, ਮੈਂ MLA ਬਣਿਆ। ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਪਹਿਲੀ ਵਾਰੀ ਜਦੋਂ ਮਾਲਪੁਰ ਦੇ ਵਿੱਚ ਆਏ ਤੇ ਅਸੀਂ ਦੋ ਅਹਿਮ ਫੈਸਲੇ ਜਿਹੜੇ ਉਸ ਵੇਲੇ ਲਏ ਸੀ। ਇੱਕ ਮਾਲਪੁਰ ਦੇ ਵਿੱਚ ਸਬ ਤਹਿਸੀਲ ਬਣਾਉਣ ਦਾ, ਦੂਜਾ ਮਾਲਪੁਰ ਦੇ ਵਿੱਚ ਜਿਹੜੇ ਆ ਉਹ ਫੁੱਟਬਾਲ ਅਕੈਡਮੀ ਖੋਲ੍ਹਣ ਦਾ ਜਿਹੜਾ ਫੈਸਲਾ ਲਿਆ ਸੀ। ਕਿਉਂਕਿ ਮਾਲਪੁਰ ਫੁੱਟਬਾਲ ਦੀ ਨਰਸਰੀ ਆ, ਇਹਨੇ ਬਹੁਤ ਵੱਡੇ ਵੱਡੇ ਜਿਹੜੇ ਆ ਖਿਡਾਰੀ ਪੈਦਾ ਕੀਤੇ ਆ, ਚਾਹੇ ਜਰਨੈਲ ਸਿੰਘ ਪਨਾਮ ਸੀ, ਗੁਰਦੇਵ ਸਿੰਘ ਗਿੱਲ, ਹੋਰ ਵੀ ਜਿਹੜੇ ਮਨਜੀਤ ਸਿੰਘ ਵਰਗੇ, ਜਾਂ ਅੱਜ ਵੀ ਜਿਹੜੇ ਵੱਖ-ਵੱਖ ਕਲੱਬਾਂ ਦੇ ਵਿੱਚ ਫੁੱਟਬਾਲ ਦੇ ਖਿਡਾਰੀ ਖੇਡਦੇ ਆ, ਉਹਨਾਂ ਵਿੱਚ ਮੈਜੋਰਟੀ ਜਿਹੜੀ ਆ ਉਹ ਮਾਲਪੁਰ ਦੇ ਇਲਾਕੇ ਦੇ ਬੰਦੇ ਜਿਹੜੇ ਆ, ਬੱਚੇ ਉਹ ਖੇਡ ਰਹੇ ਆ। ਮੈਨੂੰ ਇਸ ਚੀਜ਼ ਦਾ ਬੜਾ ਫਖਰ ਅਤੇ ਮਾਣ ਆ ਕਿ ਸਾਨੂੰ ਉਹ ਅਕੈਡਮੀ ਬਣਾਉਣ ਦਾ ਜਿਹੜਾ ਮੌਕਾ ਮਿਲਿਆ। ਔਰ ਦੁੱਖ ਇਸ ਗੱਲ ਦਾ ਹੈ ਕਿ ਜਦੋਂ ਸੰਨ 2000 ਦੇ ਵਿੱਚ ਸਾਡੀ ਸਰਕਾਰ ਬਦਲੀ ਅਤੇ ਜਿਹੜੀ ਕੈਪਟਨ ਦੀ ਸਰਕਾਰ 2000 'ਚ ਬਣੀ ਸੀ, ਉਹਨਾਂ ਨੇ ਉਹ ਅਕੈਡਮੀ ਨੂੰ ਗਾਹਾਂ ਤੋਰਨ ਦੀ ਬਜਾਏ ਉਹਨੂੰ ਚੱਕ ਕੇ ਇੱਥੋਂ ਸ਼ਿਫਟ ਕਰਤਾ ਹੁਸ਼ਿਆਰਪੁਰ। ਮੈਂ 5 ਸਾਲ ਬੜੀ ਵਾਰੀ ਇਹਦੀ ਗੱਲ ਕੀਤੀ, ਪਰ ਸਰਕਾਰ ਨੇ ਉਹ ਮਾਲਪੁਰ ਦੀ ਅਕੈਡਮੀ ਜਿਹੜੀ ਆ ਹੁਸ਼ਿਆਰਪੁਰ ਸ਼ਿਫਟ ਕਰਤੀ। ਉਸ ਤੋਂ ਬਾਅਦ ਫਿਰ ਲੋਕਾਂ ਨੇ ਸਾਨੂੰ ਫਿਰ 7 ਦੇ ਵਿੱਚ ਸਰਕਾਰ ਸਾਡੀ ਉਹ ਪੰਜਾਬ 'ਚ ਬਣੀ। 7 ਦੇ ਵਿੱਚ ਮੈਂ ਜਿਹੜੀ ਫੁੱਟਬਾਲ ਅਕੈਡਮੀ ਆ ਮੁੜ ਕੇ ਫਿਰ ਜਿਹੜੀ ਆ ਮਾਲਪੁਰ ਲੈ ਕੇ ਆਂਦੀ, ਅਕੈਡਮੀ ਕੰਪਲੀਟ ਵੀ ਕੀਤੀ। ਉਹਦੇ ਵਾਸਤੇ ਜੋ ਰੀਤੀਆਂ ਚੀਜ਼ਾਂ ਸੀ ਪੂਰੀਆਂ ਕੀਤੀਆਂ। ਉਹਦੇ ਨਾਲ ਸਾਨੂੰ ਬਹੁਤ ਵੱਡੀ ਲੋੜ ਸੀ ਇੱਕ ਵਧੀਆ ਸਟੇਡੀਅਮ ਦੀ। ਹਾਲਾਂਕਿ ਮਾਲਪੁਰ ਦੇ ਵਿੱਚ 4 ਗਰਾਊਂਡਾਂ, 2 ਕਾਲਜ ਦੀਆਂ, 2 ਸਕੂਲ ਦੀਆਂ ਚੱਲਦੀਆਂ ਸੀ, ਪਰ ਅਕੈਡਮੀ ਦਾ ਆਪਣਾ ਜਿਹੜਾ ਗਰਾਊਂਡ ਸਟੇਡੀਅਮ ਹੋਣਾ ਬਹੁਤ ਜ਼ਰੂਰੀ ਸੀ। ਸੋ ਉਹਦੇ ਵਾਸਤੇ ਅਸੀਂ ਸਾਰਿਆਂ ਨੇ ਯਤਨ ਉਪਰਾਲਾ ਕੀਤਾ। ਸੋ ਸਾਡੀ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਨੇ ਉਹ ਸਾਨੂੰ ਜਿਹੜਾ ਮਾਲਪੁਰ ਦੇ ਵਿੱਚ ਸਟੇਡੀਅਮ ਬਣਾਉਣ ਵਾਸਤੇ ਵੀ ਜਿਹੜਾ ਉਹਨੂੰ ਮਨਜ਼ੂਰੀ ਦਿੱਤੀ, ਔਰ 6.5 ਕਰੋੜ ਰੁਪਈਆ ਖਰਚ ਕਰਨ ਦਾ ਉਹਦਾ ਜਿਹੜਾ ਪ੍ਰਬੰਧ ਕੀਤਾ। ਔਰ ਉਹ ਪੈਸਾ ਜਿਹੜਾ ਕੰਮ ਸਟੇਡੀਅਮ ਬਣਨਾ ਸ਼ੁਰੂ ਵੀ ਹੋ ਗਿਆ, ਪੈਸਾ ਲੱਗਣਾ ਸ਼ੁਰੂ ਹੋ ਗਿਆ। ਲਗਭਗ 60% ਜਿਹੜਾ ਪੈਸਾ ਲੱਗ ਕੇ ਕੰਮ ਜਿਹੜਾ ਉਹ ਹੋਇਆ। ਅਤੇ ਬਦਕਿਸਮਤੀ ਇਹ ਰਹੀ ਕਿ 17 ਦੇ ਵਿੱਚ ਸਰਕਾਰ ਬਦਲ ਗਈ, ਫਿਰ ਕਾਂਗਰਸ ਸਰਕਾਰ ਆ ਗਈ। ਇਹ ਸਰਕਾਰ ਨੇ ਜਿਹੜੇ ਰਹਿੰਦੇ ਪੈਸੇ ਸੀ ਉਹ ਜਾਰੀ ਨਹੀਂ ਕੀਤੇ, ਤਾਂ ਜਿਹੜਾ ਸਟੇਡੀਅਮ ਆ ਉੱਥੇ ਰੁਕ ਗਿਆ। ਪਿਛਲੇ 3-4 ਸਾਲ ਤੋਂ ਉਹ ਕੰਮ ਜਿੱਥੇ ਰੁਕਿਆ ਪਿਆ ਉੱਥੇ ਡੈਮੇਜ ਵੀ ਹੋ ਰਿਹਾ, ਉਹਦੀ ਕੋਈ ਕੇਅਰ ਨਹੀਂ ਕਰ ਰਿਹਾ। ਉੱਥੇ ਪਾਣੀ ਹੋਰ ਹਰ ਚੀਜ਼ ਜਿਹੜੀ ਆ, ਔਰ ਗਰਾਊਂਡ ਦੇ ਵਿੱਚ ਵੀ ਇੱਦਾਂ ਦੇ ਹਾਲਾਤ ਆ ਕਿ ਉੱਥੇ ਬੱਚਿਆਂ ਦੇ ਖੇਡਣ ਵਾਸਤੇ ਵੀ ਜਿਹੜੀ ਆ ਉਹ ਦਿੱਕਤ ਆ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਚੀਜ਼ਾਂ ਸਰਕਾਰਾਂ ਨੂੰ ਹਮੇਸ਼ਾ ਜਿਹੜੀਆਂ ਲੋਕ ਹਿੱਤ ਵਿੱਚ ਚੀਜ਼ਾਂ ਹੁੰਦੀਆਂ, ਉਹਨਾਂ ਨੂੰ ਚਾਹੇ ਸਰਕਾਰ ਕੋਈ ਵੀ ਹੋਵੇ, ਉਹਨਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਕੰਪਲੀਟ ਕਰਨਾ ਚਾਹੀਦਾ। ਜਦ ਕਿ ਕੋਈ ਸਰਕਾਰ ਵੀ ਜਦੋਂ ਫੈਸਲਾ ਲੈਂਦੀ ਆ ਪਬਲਿਕ ਲਈ ਵਾਸਤੇ ਲੈਂਦੀ ਆ। ਔਰ ਮਾਲਪੁਰ ਤਾਂ ਜਿਹੜੀ ਆ ਇਹ ਫੁੱਟਬਾਲ ਦੀ ਜਿੰਦ ਜਾਨ ਆ। ਜੇ ਇੱਥੇ ਦੀ ਅਕੈਡਮੀ ਠੀਕ ਨਾ ਚੱਲੇ ਜਾਂ ਇੱਥੇ ਸਟੇਡੀਅਮ ਨਾ ਬਣੇ, ਔਰ ਮੈਨੂੰ ਹੁਣ ਵੀ ਕਈ ਵਾਰੀ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਜਿਹੜੇ ਵਿੰਗ ਵੀ ਚੱਲਦੇ ਆ, ਜਾਂ ਜਿਹੜੇ ਸਾਡੇ ਅੰਡਰ 19 ਵਿੰਗ ਜਾਂ ਹੋਰ ਬੱਚੇ ਆ, ਉਹ ਪੰਜਾਬ ਦੇ ਵਿੱਚ ਜੇਤੂ ਰਹਿੰਦੇ ਆ, ਔਰ ਇੰਡੀਆ ਦੇ ਵਿੱਚ ਵੀ ਉਹ ਵੱਡੀਆਂ ਜਿਹੜੀਆਂ ਆ ਉਹ ਬੱਲਾ ਮਾਰ ਕੇ ਆਉਂਦੇ ਆ। ਸੋ ਮੈਂ ਮੌਜੂਦਾ ਸਰਕਾਰ ਕੋਲੋਂ ਇਹ ਮੰਗ ਵੀ ਕਰਦਾ ਕਿ ਤੁਸੀਂ ਇਹ ਜਿਹੜਾ ਰਹਿੰਦਾ ਕੰਮ ਆ ਇਹਨੂੰ ਪੂਰਾ ਕਰੋ, ਤਾਂ ਕਿ ਜਿਹੜਾ ਸਾਡਾ ਸਟੇਡੀਅਮ ਆ ਇਹ ਪੂਰਾ ਹੋ ਸਕੇ। ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਕੋਈ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਆ ਉਹ ਇਸ ਪਾਸੇ ਨੂੰ ਧਿਆਨ ਨਹੀਂ ਦੇ ਰਿਹਾ। ਸਰ, ਅਕਸਰ ਦੇਖਿਆ ਜਾ ਰਿਹਾ ਵਿਕਾਸ ਕੰਮ ਦੀ ਗੱਲ ਕਰਦੇ ਹਾਂ, ਸਟੇਡੀਅਮ ਤੋਂ ਹਟ ਕੇ ਗੱਲ ਕਰਦੇ ਹਾਂ। ਜਿੱਦਾਂ ਵਿਕਾਸ ਕੰਮ ਜਿਹੜੇ ਤੁਹਾਡੀ ਸਰਕਾਰ ਨੇ ਸ਼ੁਰੂ ਕੀਤੇ ਸੀਗੇ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਕਿਉਂਕਿ ਹਰ ਸਰਕਾਰ ਦਾ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਕੰਮ ਕੋਈ ਵੀ ਹੋਵੇ, ਜਿਹੜਾ ਜਨ ਹਿੱਤ ਦਾ ਕੰਮ ਹੋਵੇ, ਸਰਕਾਰ ਕੋਈ ਵੀ ਹੋਵੇ, ਉਹਨੂੰ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ, ਚਾਹੇ ਕਿਸੇ ਸਰਕਾਰ ਨੇ ਸ਼ੁਰੂ ਕੀਤਾ ਹੈ। ਪਰ ਬਹੁਤ ਕੰਮ ਇਹੋ ਜਿਹੇ ਜਿਹੜੇ ਤੁਹਾਡੇ ਵੱਲੋਂ ਸ਼ੁਰੂ ਕੀਤੇ ਆ ਉਹ ਰੋਕ ਦਿੱਤੇ ਗਏ, ਜਾਂ ਉਹਨਾਂ ਦੀਆਂ ਗ੍ਰਾਂਟਾਂ ਜਿਹੜੀਆਂ ਵਾਪਸ ਕਰ ਦਿੱਤੀਆਂ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਸਮਝਦਾ ਕਿ ਜਿਹੜਾ ਸਾਡਾ ਪੰਜਾਬ ਆ, ਸਾਡਾ ਦੇਸ਼ ਆ, ਇਹ ਪਿੰਡਾਂ ਦਾ ਦੇਸ਼ ਆ। ਇੱਥੇ ਜਿੱਥੇ ਸ਼ਹਿਰਾਂ ਦੀ ਜਿਹੜੀ ਆ ਉਹ ਡਿਵੈਲਪਮੈਂਟ ਜਿਹੜੀ ਆ ਉਹ ਕਾਫੀ ਹੱਦ ਤੱਕ ਹੋਈ ਆ, ਔਰ ਬਾਕੀ ਜਿਹੜੀ ਆ ਉਹ ਚੱਲ ਰਹੀ ਆ। ਸਾਡੀ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਦੇ ਸਮੇਂ ਦੇ ਵਿੱਚ ਪਿੰਡਾਂ ਦੀ ਨੁਹਾਰ ਬਦਲਣੇ ਵਾਸਤੇ ਵੱਡੇ ਪੱਧਰ ਦੇ ਉੱਪਰ ਕੰਮ ਕੀਤੇ। ਇਹ ਇਕੱਲਾ ਜਿਹੜਾ ਆ ਗਲੀਆਂ ਨਾਲੀਆਂ ਬਣਾਉਣ ਦੀ ਗੱਲ ਨਹੀਂ ਹੁੰਦੀ। ਪਿੰਡਾਂ ਵਿੱਚ ਪੀਣ ਦੇ ਪਾਣੀ ਦੇ ਮਸਲੇ ਸੀ, ਪਿੰਡਾਂ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੇ ਲੋਕਾਂ ਦੇ ਰੋਜ਼ ਵਰਤੋਂ ਵਾਲੇ ਕੰਮਾਂ ਦੀ ਗੱਲਾਂ ਸੀ, ਚਾਹੇ ਅਸੀਂ ਆਪਣੇ ਜਿਹੜੇ ਆ ਸੁਵਿਧਾ ਸੈਂਟਰ
ਪਿੰਡਾਂ ਸੇਵਾ ਕੇਂਦਰ ਖੋਲ੍ਹੇ ਆ ਜਾਂ ਹੋਰ ਵੀ ਜਿੰਨੀਆਂ ਵੀ ਅਸੀਂ ਸਹੂਲਤਾਂ ਦਿੱਤੀਆਂ ਸੀ। ਦੁੱਖ ਇਸ ਗੱਲ ਦਾ ਆ ਕਿ ਜਦੋਂ 17 ਦੇ ਵਿੱਚ ਸਰਕਾਰ ਬਦਲੀ, ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਸੀ ਉਹਨਾਂ 2 ਸਾਲ ਦਾ ਟਾਈਮ ਪਿਆ ਸੀ। ਇਸ ਸਰਕਾਰ ਨੇ ਉਹ ਜਿਹੜੇ ਕੰਮ ਸੀ ਉੱਥੇ ਆ ਕੇ ਰੋਕ ਦਿੱਤੇ। ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਕੰਮ ਰੋਕਤੇ। ਜਿਹੜੇ ਪੈਸੇ ਅਸੀਂ ਦਿੱਤੇ ਪਏ ਸੀ ਉਹ ਪੈਸੇ ਵੀ ਜਿਹੜੇ ਆ ਉਹ ਨਹੀਂ ਲੱਗੇ। ਔਰ ਇੱਥੋਂ ਤੱਕ ਕਿ ਜਿਹੜੇ ਫਾਈਨੈਂਸ਼ੀਅਲ ਕਮਿਸ਼ਨ ਦੇ ਪੈਸੇ ਵੀ ਪਿੰਡਾਂ ਦੇ ਵਿੱਚ ਜਾਰੀ ਹੋਏ, ਉਹਨਾਂ ਪੈਸੇ ਦਾ ਕੰਮ ਵੀ ਨਹੀਂ ਕਰਾਇਆ। ਉਸ ਤੋਂ ਬਾਅਦ ਪੰਚਾਇਤਾਂ ਦੀਆਂ ਇਲੈਕਸ਼ਨ ਆ ਗਈਆਂ। ਜੋ ਹਸ਼ਰ ਪਿੰਡਾਂ ਦੀਆਂ ਪੰਚਾਇਤਾਂ ਦੇ ਇਲੈਕਸ਼ਨਾਂ ਵੇਲੇ ਹੋਇਆ, ਜਿਸ ਤਰੀਕੇ ਨਾਲ ਡੈਮੋਕ੍ਰੇਸੀ ਦਾ ਕਤਲ ਕੀਤਾ ਗਿਆ, ਧੱਕੇ ਨਾਲ ਸਰਪੰਚ ਬਣਾਏ ਗਏ ਅਤੇ ਪੰਚਾਇਤਾਂ ਬਣ ਗਈਆਂ, ਕਿਸੇ ਦੀ ਕੋਈ ਦਲੀਲ ਅਪੀਲ ਨਹੀਂ ਸੁਣੀ ਗਈ। ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀਆਂ ਪੰਚਾਇਤਾਂ ਇਹਨਾਂ ਨੇ ਗਠਨ ਕੀਤੀਆਂ, ਚਾਹੇ ਸੰਮਤੀਆਂ ਚਾਹੇ ਜ਼ਿਲ੍ਹਾ ਪਰਿਸ਼ਦ, ਉਹਨਾਂ ਨੂੰ 5-5 6-6 ਮਹੀਨੇ ਕਿਸੇ ਨੇ ਪੁੱਛਿਆ ਹੀ ਨਹੀਂ, ਨਾ ਕਿਸੇ ਨੂੰ ਚਾਰਜ ਮਿਲਿਆ। ਹੁਣ ਚਾਰਜ ਮਿਲ ਗਿਆ, ਹੁਣ ਪਿੰਡਾਂ ਦੀ ਪੰਚਾਇਤਾਂ ਨੂੰ ਕੋਈ ਮੌਜੂਦਾ ਸਰਕਾਰ ਨੇ RDF ਜਿਹੜਾ ਆਪਾਂ ਕਹਿੰਦੇ ਹਾਂ ਰੂਰਲ ਡਿਵੈਲਪਮੈਂਟ ਫੰਡ ਵਾ, ਉਹ ਜਾਰੀ ਨਹੀਂ ਕੀਤਾ। ਜਦਕਿ ਸੈਂਟਰ ਗੌਰਮੈਂਟ ਦੇ ਜਿਹੜੇ ਆ 3 ਕਿਸ਼ਤਾਂ ਜਿਹੜੀਆਂ ਆ ਉਹ ਫਾਈਨੈਂਸ਼ੀਅਲ ਕਮਿਸ਼ਨ ਦੀਆਂ ਆ ਗਈਆਂ। ਔਰ ਹਲਕਾ ਚੱਬੇਵਾਲ ਦੇ ਵਿੱਚ ਕਿ ਇੱਦਾਂ ਦੇ ਪਿੰਡ, ਵੱਡੇ ਪਿੰਡ ਵਾ ਜਿਹਨਾਂ ਵਿੱਚ ਜਿਵੇਂ ਕੋਟਕਤੂਹੀ ਆ, ਭਾਮ ਆ, ਚੱਬੇਵਾਲ ਵਾ, ਹੋਰ ਜਿਨ੍ਹਾਂ ਪਿੰਡਾਂ ਦੇ ਕੋਲ 25-25 ਲੱਖ ਰੁਪਈਆ ਫਾਈਨੈਂਸ਼ੀਅਲ ਕਮਿਸ਼ਨ ਦਾ ਆਇਆ ਪਿਆ, ਪਰ ਮੌਜੂਦਾ ਸਰਕਾਰ ਪੈਸੇ ਖਰਚ ਨਹੀਂ ਦੇ ਰਹੀ। ਨਾ ਉੱਥੇ ਕਦੇ BDO ਨੇ ਗੱਲਾਂ ਪੁੱਛੀਆਂ, ਨਾ ਕਦੇ JE ਆਉਂਦਾ, ਨਾ ਸੈਕਟਰੀ ਆਉਂਦਾ। ਅਤੇ ਹਾਲੇ ਜਦੋਂ ਪੁੱਛਦੇ ਆ ਕਹਿੰਦੇ ਜੀ ਪ੍ਰਪੋਜ਼ਲਾਂ ਬਣ ਰਹੀਆਂ ਕੰਮਾਂ ਦੀਆਂ। ਔਰ ਮੈਨੂੰ ਬੜਾ ਦੁੱਖ ਹੋਇਆ ਕਿ ਹਰ 4-5 ਮਹੀਨੇ ਬਾਅਦ BDO ਬਦਲ ਜਾਂਦਾ, ਮਾਲਪੁਰ ਦਾ ਵੀ, ਹੁਸ਼ਿਆਰਪੁਰ ਦਾ ਵੀ ਬਦਲ, ਅਤੇ SHO ਵੀ ਇੱਦਾਂ ਹੀ ਆ। ਪਰ ਜਦ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਕਿ ਜਿਹੜਾ BDO 3-4 ਮਹੀਨੇ ਰਹਿੰਦਾ, ਉਹ ਜਦੋਂ ਉਹਨੂੰ ਪਿੰਡਾਂ ਦੀ ਜਾਣਕਾਰੀ ਹੁੰਦੀ ਹੈ ਜਾਂ ਉਹਦੀ ਬਦਲੀ ਹੋ ਜਾਂਦੀ ਹੈ। ਇਹ ਕੀ ਕਾਰਨ ਆ? ਕੀ ਚਾਹੁੰਦੇ ਆ ਮੌਜੂਦਾ ਜਿਹੜੀ ਸਰਕਾਰ ਦੇ ਨੁਮਾਇੰਦੇ ਆ ਕਿ ਪਿੰਡਾਂ ਦਾ ਵਿਕਾਸ ਕਿਉਂ ਨਹੀਂ ਹੋਣ ਦੇਣਾ ਚਾਹੁੰਦੇ? ਜੇ ਇਹਨਾਂ ਦੇ ਕੋਲੋਂ ਆਪ ਪੈਸੇ ਨਹੀਂ ਵੀ ਦੇ ਹੁੰਦੇ, ਫਾਈਨੈਂਸ਼ੀਅਲ ਕਮਿਸ਼ਨ ਦੇ ਪੈਸੇ ਆ ਉਹ ਦੇਣ, ਮਨਰੇਗਾ ਦੇ ਪੈਸੇ ਆ ਰਹੇ ਆ, ਉਹ ਸਾਰੇ ਖਰਚ ਕਰਨ ਦੀ ਬਜਾਏ ਪਿੰਡਾਂ ਦੀ ਡਿਵੈਲਪਮੈਂਟ ਰੁਕੀ ਪਈ ਆ। ਅੱਜ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਜਿਹੜਾ ਲੰਘ ਨਹੀਂ ਹੁੰਦਾ, ਸੜਕਾਂ ਤੋਂ ਲੰਘਿਆ ਨਹੀਂ ਜਾ ਰਿਹਾ। ਔਰ ਲੋਕ ਆ ਜਿਹੜੇ ਆ ਉਹ ਜਿੱਧਰ ਨੂੰ ਵੀ ਦੇਖਦੇ ਆ, ਲੋਕ ਇਸ ਤੱਕ ਕਿ ਸਰਕਾਰਾਂ ਨੂੰ ਬੜਾ ਚੰਗਾ ਵੀ ਬੋਲਦੇ ਆ, ਗਾਲਾਂ ਵੀ ਕੱਢਦੇ ਆ। ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ, ਬਿਲਕੁਲ ਫੇਲ ਹੋ ਗਿਆ। ਜਿਹੜਾ ਕੰਮ ਅਸੀਂ 10 ਸਾਲ ਦੇ ਵਿੱਚ ਇੱਥੇ ਲੈ ਕੇ ਗਏ ਸੀ, ਪਿੰਡਾਂ ਦੇ ਵਿੱਚ ਬਲੋਕ ਲਾ ਕੇ ਹੋਰ ਕੰਮ ਕਰਨ ਦੇ ਸਾਰੇ ਕੰਮ ਕੀਤੇ ਸੀ, ਅੱਜ ਉਹ ਜਿਹੜੇ ਆ ਬਿਲਕੁਲ ਸਾਨੂੰ ਦੁਬਾਰਾ ਫੇਰ ਨਜ਼ਰ ਆਉਂਦੇ ਆ ਕਿ ਉਹ ਸਾਰੇ ਕੰਮ ਜਿਹੜੇ ਆ ਅਧੂਰੇ ਜਿੱਥੇ ਪਏ ਸੀ ਉਹ ਵੀ ਖਰਾਬ ਹੋ ਰਹੇ ਆ। ਸਰਕਾਰ ਇਹਦੇ ਵੱਲ ਬਿਲਕੁਲ ਧਿਆਨ ਜਿਹੜਾ ਉਹ ਨਹੀਂ ਦੇ ਰਹੀ। ਔਰ ਮੈਂ ਇਹ ਵੀ ਮੰਗ ਕਰਾਂਗਾ ਕਿ ਇਹ ਪੰਚਾਇਤਾਂ ਦੇ ਅਧਿਕਾਰਾਂ ਦੇ ਉੱਪਰ ਡਾਕਾ ਆ। ਉੱਦਾਂ ਤਾਂ ਸਰਕਾਰ ਨੇ ਸਾਰੇ ਲੋਕਾਂ ਦੇ ਆ ਕਰੋਨਾ ਦੇ ਬਹਾਨੇ ਦੇ ਨਾਲ, ਜਿਵੇਂ ਹੁਣ ਲਾਕਡਾਊਨ 2 ਦਿਨ ਦਾ ਕਰ ਦਿੱਤਾ, ਲਾਕਡਾਊਨ ਨਹੀਂ ਕੀਤਾ, ਨਾਲ ਨਾਲ 144 ਵੀ ਲਾਈ ਆ। ਉਹਦੇ ਤਹਿਤ ਅਸਲ ਗੱਲ ਕੀ ਆ ਕਿ ਅੱਜ ਜੇ ਮੁਲਾਜ਼ਮ ਆ ਉਹ ਸੜਕਾਂ 'ਤੇ ਆਉਂਦੇ ਆ, ਸਰਕਾਰ ਦੇ ਖਿਲਾਫ ਆ ਰਹੇ ਆ, ਉਹਨਾਂ ਨੂੰ ਰੋਕਣ ਵਾਸਤੇ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਨੁਮਾਇੰਦੇ ਜਿਹੜੇ ਆ ਉਹ ਅੱਜ ਲੋਕਾਂ ਦੀ ਆਵਾਜ਼ ਉਠਾਉਂਦੇ ਆ, ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਦਬਾਉਣ ਵਾਸਤੇ ਗੱਲ ਕਰਤੀ। ਜਾਂ ਜਿਹੜੇ ਬੰਦੇ ਨਜਾਇਜ਼ ਸ਼ਰਾਬ ਪੀ ਕੇ ਮਰੇ ਆ ਉਹਨਾਂ 'ਤੇ ਪਰਚੇ ਦਰਜ ਕਰਨ ਦੀ ਬਜਾਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਪੱਤਰਕਾਰ ਭਾਈਚਾਰਿਆਂ ਦੇ ਉੱਪਰ ਵੀ ਹਮਲੇ ਹੋ ਰਹੇ, ਉਹਨੂੰ ਕੁੱਟਿਆ ਜਾ ਰਿਹਾ। ਔਰ ਲੋਕਾਂ ਨੂੰ ਇਹ ਪ੍ਰੋਟੈਸਟ ਨਾ ਕਰਨ 144 ਲਾਤੀ ਕਰੋਨਾ ਦੀ ਆੜ ਥੱਲੇ। ਕੋਈ ਵੀ ਕਰੋਨਾ ਦੇ ਵਾਸਤੇ 4 ਮਹੀਨਿਆਂ ਦੇ ਵਿੱਚ ਮੌਜੂਦਾ ਸਰਕਾਰ ਨੇ ਕੋਈ ਇਹੋ ਜਿਹੇ ਪ੍ਰਬੰਧ ਨਹੀਂ ਕੀਤੇ ਕਿ ਕਿਹੜੇ ਹਸਪੀਟਲ ਦੇ ਵਿੱਚ ਨਵੇਂ ਵੈਂਟੀਲੇਟਰ ਲਿਆਂਦੇ ਆ, ਕਿੱਥੇ ਜਿਹੜੀਆਂ ਆ ਉਹ ਕਿੱਟਾਂ ਇਹਨਾਂ ਨੂੰ ਦਿੱਤੀਆਂ ਹੈਗੀਆਂ ਡਾਕਟਰਾਂ ਨੂੰ ਜਾਂ ਹੋਰ, ਉਹ ਵੀ ਨਕਲੀ ਨਿਕਲੀਆਂ। ਹੋਰ ਜਿਹੜੇ ਸਾਜੋ ਸਮਾਨ ਦੀ ਗੱਲ ਆ, ਉਲਟਾ ਲੋਕਾਂ ਦੇ ਲਈ ਜਿਹੜੇ ਆ ਉਹਨਾਂ ਨੂੰ ਕਰਤਾ ਕਿ ਤੁਸੀਂ ਜੇ ਪ੍ਰਾਈਵੇਟ ਹਸਪੀਟਲਾਂ ਵਿੱਚ ਜਾਣਾ ਆ, ਕਿਤੇ 15,000 ਡੇਲੀ ਦਾ, ਕਿਤੇ 18,000, ਕਿਤੇ 20,000। ਮੈਨੂੰ ਆ ਸੁਣ ਕੇ ਬੜੀ ਹੈਰਾਨਗੀ ਹੋ ਰਹੀ ਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਦਾ 20.5 ਲੱਖ ਰੁਪਈਆ ਬਿੱਲ ਬਣਾਤਾ, ਉਹਦੀ ਮੌਤ ਹੋ ਗਈ। ਉਹ ਠੀਕ ਵੀ ਨਹੀਂ ਹੋਇਆ, ਉਹਨੂੰ ਦਵਾਈ ਤਾਂ ਕੋਈ ਦਿੱਤੀ ਨਹੀਂ, ਸਿਰਫ ਪ੍ਰਾਈਵੇਟ ਹਸਪੀਟਲ ਵਾਲਿਆਂ ਨੇ ਆਪਣਾ ਡੇਲੀ ਪਾ ਕੇ ਖਰਚਾ ਪਾ ਕੇ ਉੱਤੇ 22.5 ਲੱਖ ਰੁਪਈਆ ਉਹ ਬਿੱਲ ਬਣਾਤਾ। ਇਹ ਸਰਕਾਰ ਦੀ ਜਿਹੜੀ ਆ ਬੜੀ ਵੱਡੀ ਨਾਕਾਮੀ ਆ। ਸਰਕਾਰ ਇਹਦੇ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਜਿਹੜਾ ਪੈਸਾ ਚਾਹੇ ਸੈਂਟਰ ਗੌਰਮੈਂਟ ਦਾ ਆ ਰਿਹਾ, ਚਾਹੇ ਉਹਦੇ ਵਿੱਚ ਲੋਕ ਜਿਹੜੇ ਆ ਉਹ ਫੰਡ ਦੇ ਰਹੇ ਆ, ਉਹ ਪੈਸਾ ਕਿਸੇ ਵਰਤੋਂ 'ਚ ਹੋ ਨਹੀਂ ਰਿਹਾ, ਨਜ਼ਰ ਨਹੀਂ ਆ ਰਿਹਾ। ਸੋ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਵਿਕਾਸ ਦੇ ਪੱਖੋਂ ਬਿਲਕੁਲ ਫੇਲ ਆ। ਸਿਰਫ ਡੰਡਾਸ਼ਾਹੀ ਦੇ ਨਾਲ ਪੁਲਿਸ ਵਾਲਿਆਂ ਕੋਲੋਂ ਕਦੀ ਚਲਾਨ ਰਕਮਾਂ ਵਧਾਈ ਜਾਓ, ਕਦੀ ਡੰਡ ਬੈਠਿਆਂ ਕਢਾਓ, ਕਦੀ ਕੁਛ ਕਰੋ, ਕਦੀ ਪਰਚੇ ਦਰਜ ਕਰੋ। ਹੁਣ ਜਿਹੜੀ ਆ ਮਿੰਨੀ ਐਮਰਜੈਂਸੀ ਜਿਹੜੀ ਆ ਉਹ ਲਾ ਕੇ ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ, ਜਦ ਕਿ ਲੋਕ ਜਿਹੜੇ ਆ ਹਰ ਪਾਸਿਓਂ ਅੱਜ ਉਹ ਦੁਖੀ ਨਜ਼ਰ ਆ ਰਹੇ। ਹਾਂ ਸਰ, ਕੈਪਟਨ ਸਾਹਿਬ ਨੇ ਆਪਣੇ ਚੋਣ ਮੈਨੀਫੈਸਟੋ 'ਚ ਕਿਹਾ ਸੀਗਾ ਵੀ ਬੱਚਿਆਂ ਨੂੰ ਮੋਬਾਈਲ ਦੇਵਾਂਗੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਮਿੰਨੀ ਸੈਕਟਰੀਏਟ ਹੁਸ਼ਿਆਰਪੁਰ ਵਿਖੇ ਜਿਹੜੇ ਮੋਬਾਈਲ ਭੇਜੇ ਅਤੇ ਕਰੀਬ 15 ਬੱਚਿਆਂ ਨੂੰ ਉਹ ਦਿੱਤੇ।
ਤੇ ਜਦ ਕਿ ਉਹਨਾਂ ਦੀ ਪਲੈਨਿੰਗ ਬਹੁਤ ਵੱਡੀ ਸੀ। ਉਹ ਆਵਾਮ ਦਾ ਜਿਹੜੇ ਲੋਕ ਜਿਹੜੇ ਉਹਨਾਂ ਦਾ ਕਹਿਣਾ ਹੈ ਵੀ ਇਹ ਸਿਰਫ ਇੱਕ ਦਿਖਾਵਾ ਚਹੇਤੇ ਬੱਚਿਆਂ ਨੂੰ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਅਸਲ ਇਹ ਹੈ ਕਿ ਜਦੋਂ 17 ਵਿੱਚ ਸਰਕਾਰ ਬਣੀ ਆ, ਇਹਨਾਂ ਨੇ ਬਹੁਤ ਸਾਰੇ ਜਿਹੜੇ ਆ ਗੱਲਾਂ ਵਾਅਦੇ, ਝੂਠੇ ਵਾਅਦੇ ਕੀਤੇ। ਝੂਠੇ ਵਾਅਦੇ ਇਸ ਕਰਕੇ ਆ, ਵਾਅਦੇ ਵਫਾ ਨਹੀਂ ਹੋਏ ਤੇ ਉਹਨੂੰ ਝੂਠੇ ਕਿਹਾ ਜਾ ਸਕਦਾ। ਔਰ ਉਹਨਾਂ ਨੂੰ ਤਸਦੀਕ ਕਰਾਉਣ ਵਾਸਤੇ ਇਹਨਾਂ ਨੇ ਕਸਮਾਂ ਵੀ ਖਾਧੀਆਂ, ਗੁਟਕਾ ਸਾਹਿਬ ਹੱਥ ਵਿੱਚ ਲੈ ਕੇ। ਜਿੱਥੇ ਕਿਸਾਨ ਦੇ ਕਰਜ਼ੇ ਮਾਫੀ ਦੀ ਗੱਲ ਸੀ, ਉੱਥੇ ਘਰ ਨੌਕਰੀ ਦੇਣ ਦੀ ਗੱਲ ਸੀ, ਬੱਚਿਆਂ ਨੂੰ ਸਮਾਰਟਫੋਨ ਦੇਣ ਦੀ ਗੱਲ ਸੀ, ਉਹਨਾਂ ਨੂੰ ਬੇਰੁਜ਼ਗਾਰ ਭੱਤਾ ਦੇਣ ਦੀ ਗੱਲ ਸੀ, ਸ਼ਗਨ ਸਕੀਮ ਵਧਾਉਣ ਦੀ ਗੱਲ ਸੀ, ਪੈਨਸ਼ਨ ਵਧਾਉਣ ਦੀ ਗੱਲ ਸੀ। ਉਹ ਇੱਦਾਂ ਗੱਲਾਂ ਜਿਹੜੀਆਂ ਕੀਤੀਆਂ, ਉਹ ਅੱਜ ਜਿਹੜੀਆਂ ਵਫਾ ਨਹੀਂ ਹੋਈਆਂ। ਪਿਛਲੇ ਕਾਫੀ ਸਮੇਂ ਤੋਂ ਜਿਹੜਾ ਆ ਪੰਜਾਬ ਦੇ ਖਜ਼ਾਨਾ ਮੰਤਰੀ ਜਦੋਂ ਵਿਧਾਨ ਸਭਾ ਵਿੱਚ ਗੱਲ ਹੁੰਦੀ ਸੀ, ਇੱਕੋ ਗੱਲ ਆਖਦੇ ਸੀ ਕਿ ਅਸੀਂ ਜੀ ਅਗਲੀ ਦਵਾਈ 'ਤੇ ਫੋਨ ਦੇ ਦੇਣੇ ਆ, ਮੋਹਲੀ ਦਵਾਈ 'ਤੇ ਫੋਨ ਦੇ ਦੇਣੇ ਆ। ਅਤੇ ਉਹ ਜਿਹੜੇ ਆ ਉਹ ਗੱਲ ਨਹੀਂ ਹੋਈ। ਹੁਣ ਜਿਸ ਵੇਲੇ ਬਹੁਤੀ ਮੰਗ ਉੱਠ ਪਈ ਅਤੇ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਜਿਹੜੇ SC ਬੱਚੇ ਆ +2 ਦੇ, ਉਹਨਾਂ ਨੂੰ ਮਤਲਬ ਜਿਹੜੇ ਆ ਸਮਾਰਟਫੋਨ ਦੇਵਾਂਗੇ। ਔਰ ਉਹਨਾਂ ਦਾ ਵੰਡਣ ਦਾ ਤਰੀਕਾ ਇਹ ਸੀਗਾ ਕਿ ਮੁੱਖ ਮੰਤਰੀ ਜੀ ਨੇ ਆਪ ਅਤੇ ਉਹਦੇ ਹੋਰ 3 ਜ਼ਿਲ੍ਹੇ ਲੈਵਲ 'ਤੇ 15 ਟੈਲੀਫੋਨ ਜਿਹੜੇ ਵੰਡਣ ਦਾ ਪ੍ਰਬੰਧ ਕੀਤਾ। ਔਰ ਮੈਨੂੰ ਹੈਰਾਨਗੀ ਹੋਈ ਆ ਕਿ ਇਹਨਾਂ ਨੇ ਜਿੰਨੀ ਗਿਣਤੀ ਜਿਹੜੀ ਲਈ ਟੈਲੀਫੋਨ ਵੰਡਣ ਦੀ, ਉਹਦੇ 15 ਲੱਖ ਦੇ ਟੈਲੀਫੋਨ ਆਏ ਆ ਅਤੇ 25 ਲੱਖ ਰੁਪਈਆ ਇਹਨੇ ਉਹਨਾਂ ਨੂੰ ਵੰਡਣ ਦੇ ਜਿਹੜੇ ਆਪਣੇ ਫੰਕਸ਼ਨ ਕੀਤੇ ਆ, ਉਹਨਾਂ ਉੱਪਰ ਜਿਹੜਾ ਆ ਉਹਨੂੰ ਖਰਚ ਕਰਨ ਜਿਹੜਾ ਕੀਤਾ। ਇਹ ਦਾੜੀ ਨਾਲੋਂ ਮੁੱਛਾਂ ਵੱਧ ਗਈਆਂ। ਪਰ ਇਹਦੇ ਪਿੱਛੇ ਵੀ ਇੱਕ ਵੱਡੀ ਸਿਆਸਤ ਆ, ਮੈਂ ਦੱਸਣੀ ਚਾਹੁੰਦਾ। ਸਿਆਸਤ ਇਹ ਹੈ ਕਿ ਜਿਹੜੇ ਬੱਚੇ ਅੱਜ +2 ਦੇ ਵਿੱਚ ਪੜ੍ਹਦੇ ਆ, ਉਹ ਬੱਚੇ 18 ਸਾਲ ਦੇ ਜਾਂ ਹੋ ਗਏ ਆ ਜਾਂ ਹੋ ਜਾਣੇ ਆ, ਕਿਉਂਕਿ ਜਿਹੜੀ 22 ਦੇ ਵਿੱਚ ਇਲੈਕਸ਼ਨ ਆਉਣੀ ਆ, ਉਹਦੇ ਵਿੱਚ ਉਹਨਾਂ ਬੱਚਿਆਂ ਨੇ ਵੋਟਰ ਹੋਣਾ। ਮੌਜੂਦਾ ਜਦ ਜਿਹੜੇ ਬੱਚੇ +2 ਜਿਹਨੂੰ ਇਹ ਫੋਨ ਦਿੱਤੇ ਆ, ਉਹਨਾਂ ਦੀ ਕਿਤੇ ਨਾ ਕਿਤੇ ਵੋਟ ਜਿਹੜੀ ਹੈ ਕੈਪਚਰ ਕਰਨ ਵਾਸਤੇ ਉਹਨਾਂ ਨੂੰ, ਜਿਹਨਾਂ ਨੂੰ ਫੋਨ ਇਹ ਦੇ ਰਹੇ ਆ, ਉਹਨਾਂ ਦਾ ਬਕਾਇਦਾ ਬਾਇਓਡਾਟਾ ਆਪਣੇ ਕੋਲ ਇਹ ਲੈ ਰਹੇ ਆ, ਉਹਨਾਂ ਨੂੰ ਸੰਪਰਕ ਵਿੱਚ ਲੈਣਗੇ। ਸੋ ਇਸ ਕਰਕੇ ਇਹ ਟੈਲੀਫੋਨ ਜੇ ਇਹਨਾਂ ਨੇ ਵੰਡਣੇ ਆ ਅਤੇ ਇਕੱਲੇ +2 ਦੇ ਬੱਚਿਆਂ ਨੂੰ ਕਿਉਂ, ਫਿਰ ਇਕੱਲੇ SCਆਂ ਨੂੰ ਹੀ ਕਿਉਂ? ਜਿਹੜੇ ਬਾਕੀ ਬੱਚੇ ਆ ਜਿਹਨਾਂ ਕੋਲ ਨਹੀਂ ਫੋਨ ਹੈਗੇ, ਉਹ ਗਰੀਬ ਪਰਿਵਾਰਾਂ ਦੇ ਆ, ਉਹਨਾਂ ਨੂੰ ਵੀ ਟੈਲੀਫੋਨ ਉਹ ਮਿਲਣੇ ਚਾਹੀਦੇ ਆ, ਕਿਉਂਕਿ ਐਜੂਕੇਸ਼ਨ ਔਨਲਾਈਨ ਆ। ਹੁਣ ਜੇ +2 ਵਾਲਿਆਂ ਨੂੰ ਮਿਲ ਗਏ ਤਾਂ +1 ਵਾਲੇ ਬੱਚੇ ਕਿੱਥੇ ਨੂੰ ਜਾਣਗੇ? ਬਾਕੀ ਦੇ ਬੱਚੇ ਕਿੱਥੇ ਨੂੰ ਜਾਣਗੇ? ਇਹਦਾ ਮਤਲਬ ਜੇ ਕਲਾਸ ਦੇ ਵਿੱਚ 50 ਬੱਚੇ ਪੜ੍ਹਦੇ ਆ, ਉਹਨਾਂ ਵਿੱਚੋਂ 20 ਬੱਚੇ ਜਿਹੜੇ SC ਆ, 20 ਨੂੰ ਮਿਲ ਗਏ, 30 ਨੂੰ ਨਹੀਂ ਮਿਲੇ, ਤਾਂ 30 ਦੀ ਜਿਹੜੀ ਔਨਲਾਈਨ ਪੜ੍ਹਾਈ ਬੰਦ ਕਰ ਦੋਗੇ। ਯਾਨੀ ਸਰਕਾਰ ਦਾ ਜਿਹੜਾ ਕੋਈ ਵੀ ਜਿਹੜਾ ਕੰਮ ਆ, ਉਹ ਕੰਮ ਮਤਲਬ ਕੋਈ ਬਗੈਰ ਸੋਚੇ ਸਮਝੇ ਹੋ ਰਿਹਾ। ਇਹ ਮਤਲਬ ਪੈਸਾ ਵੀ ਬੇਕਾਰ ਖਰਚ ਰਹੇ ਆ। ਹੁਣ ਕੱਲ੍ਹ ਨੂੰ ਕਹਿਣਗੇ ਤਾਂ ਇਸ ਤਾਂ ਜੀ ਇਹ ਵੀ ਵਾਅਦਾ ਪੂਰਾ ਕਰਤਾ। ਜਿਵੇਂ ਕੈਪਟਨ ਸਾਹਿਬ ਕਹਿੰਦੇ ਆ ਕਿ ਅਸੀਂ ਜਿਹੜੀਆਂ ਆ ਉਹ 530 ਮੰਗਾਂ ਦੇ ਵਿੱਚੋਂ 435 ਕਿੰਨੀਆਂ ਅਸੀਂ ਪੂਰੀਆਂ ਕਰਤੀਆਂ। ਮੈਂ ਤਾਂ ਹੈਰਾਨ ਹਾਂ ਇਸ ਗੱਲ ਦਾ ਵੀ ਜਿੱਧਰ ਹੱਥ ਲਾ ਲਓ ਉਧਰ ਲੋਕ ਔਖੇ ਆ। ਕਿਤੇ ਕੋਈ ਗੱਲ ਨਜ਼ਰ ਨਹੀਂ ਆ ਰਹੀ, ਕਿਸੇ ਨੌਕਰੀ ਦੀ ਗੱਲ ਨਹੀਂ ਨਜ਼ਰ ਆ ਰਹੀ। ਚਾਹੇ ਇਹ ਜਿਹੜੇ ਆ ਰੁਜ਼ਗਾਰ ਮੇਲੇ ਲਾ ਕੇ ਪ੍ਰਾਈਵੇਟ ਇੰਡਸਟਰੀਆਂ ਦੇ ਵਿੱਚ ਲੋਕਾਂ ਨੂੰ ਧੱਕੇ ਨਾਲ ਭੇਜਦੇ ਆ, ਉੱਥੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀਆਂ, 7-8 ਹਜ਼ਾਰ ਰੁਪਈਆ ਮਿਲਦਾ। ਹੁਣ ਜਿਹੜਾ MBA ਪੜ੍ਹਿਆ ਬੰਦਾ ਜਾਂ M.Tech ਆ, B.Tech ਆ, ਉਹ 7,000 ਰੁਪਏ ਤੇ 8,000 ਰੁਪਏ 'ਤੇ ਨੌਕਰੀ ਕਰੂਗਾ ਫੈਕਟਰੀ ਦੇ ਵਿੱਚ। ਉਹ ਛੱਡ ਕੇ ਘਰ ਨੂੰ ਆ ਜਾਂਦੇ ਆ, ਦੁਬਾਰਾ 2-3 ਮਹੀਨਿਆਂ ਬਾਅਦ ਫੇਰ ਰੱਖ ਲੈਂਦੇ ਆ। ਉਹਨੂੰ ਕਿਸੇ ਰੁਜ਼ਗਾਰ ਦੇ ਰਹੇ ਆ ਜੀ, ਰੁਜ਼ਗਾਰ ਦੇ ਰਹੇ ਆ। ਇਹ ਤਾਂ ਦੇਖੋ ਇੱਕ ਵੱਡੀ ਗੱਲ ਜਿਹੜੀ ਆ ਮੈਂ ਤੁਹਾਡੇ ਵੀ ਧਿਆਨ ਵਿੱਚ ਆ, ਉਹ ਇਹਨਾਂ ਨੇ ਜਦੋਂ ਮੈਨੀਫੈਸਟੋ ਬਣਾਇਆ ਸੀ ਨਾ, ਮੈਨੀਫੈਸਟੋ ਮਨਮੋਹਨ ਸਿੰਘ ਨੇ ਔਰ ਦੇਸ਼ ਦੇ ਸੂਬੇ ਦੇ ਖਜ਼ਾਨਾ ਮੰਤਰੀ ਜਿਹੜੇ ਆ ਮਨਪ੍ਰੀਤ ਬਾਦਲ ਨੇ ਇਕੱਠੇ ਬੈਠ ਕੇ ਬਣਾਇਆ ਸੀ। ਉਹਦੇ ਵਿੱਚ ਸਾਰੀਆਂ ਇਹਨਾਂ ਨੇ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਹੋਏ। ਹੁਣ ਇਹਨੇ ਇੱਕ ਹੋਰ ਨਵਾਂ ਡਰਾਮਾ ਕਰ ਲਿਆ। ਇਹਨਾਂ ਨੇ ਮਨਟੇਕ ਸਿੰਘ ਆਹਲੂਵਾਲੀਆ ਨੂੰ ਇਹ ਗੱਲ ਕਹਿ ਦਿੱਤੀ ਕਿ ਸਾਨੂੰ ਤੁਸੀਂ ਕੋਈ ਇਹੋ ਜਿਹੀ ਪਲੈਨਿੰਗ ਕਰਕੇ ਦਿਓ ਕਿ ਆਪਾਂ ਪੰਜਾਬ ਦੀ ਜਿਹੜਾ ਫਾਈਨੈਂਸ਼ੀਅਲੀ ਸਾਡੀ ਪੋਜੀਸ਼ਨ ਆ ਉਹ ਕਿਵੇਂ ਸੁਧਰ ਸਕਦੀ ਆ। ਜੋ ਕੁਛ ਉਹਨੇ ਆਖਿਆ, ਇਹਨੇ ਨੀਅਤ ਕੀਤਾ, ਜੋ ਕੁਛ ਉਹਨੇ ਆਖਿਆ ਉਹਨੂੰ ਸਾਫ਼-ਸਾਫ਼ ਕਿਹਾ ਕਿ ਪੁਲਿਸ ਦੀ ਭਰਤੀ ਬੰਦ ਕਰ ਦਿਓ ਜੀ, ਤੁਸੀਂ ਜਿਹੜੀਆਂ ਤਨਖਾਹਾਂ ਆ ਉਹ ਸੈਂਟਰ ਪੈਟਰਨ 'ਤੇ ਦਿਓ, ਇਹਨਾਂ ਨੂੰ DA ਜਿਹੜੇ ਬਿਲਕੁਲ ਬੰਦ ਕਰ ਦਿਓ। ਔਰ ਨਾਲ ਇਹ ਵੀ ਕਿਹਾ ਕਿ ਜਿਹੜੀ ਖਰੀਦ ਆ ਤੁਹਾਡੀ ਜਿਹੜੀ ਆ ਪ੍ਰੋਕਿਊਰਮੈਂਟ ਤੁਸੀਂ ਕਰਦੇ ਆ ਪੈਡੀ ਦੀ ਆ ਜਾਂ ਵੀਟ ਦੀ ਆ, ਇਹ ਵੀ ਜਿਹੜੀ ਇਹ ਬੰਦ ਕਰ ਦਿਓ। ਇਹਦਾ ਮਤਲਬ ਕੀ ਆ ਕਿ ਜਿਹੜੀ ਕਾਂਗਰਸ ਆ ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠਾ ਰੌਲਾ ਪਾ ਰਹੀ ਆ ਕਿ ਜਿਹੜੇ ਜੀ ਨੋਟੀਫਿਕੇਸ਼ਨ ਸੈਂਟਰ ਨੇ ਕੀਤੀ ਆ ਇਹ ਬੰਦ ਕੀਤੀ ਜਾਵੇ, ਤਸਨਾ ਧੱਕਾ ਆ। ਇਹਨਾਂ ਦਾ ਜਿਹੜਾ ਇਹਨਾਂ ਨੇ ਨਿਯੋਜਿਤ ਕੀਤਾ ਆਪਣਾ ਮਨਟੇਕ ਸਿੰਘ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਣ ਲਈ, ਉਹ ਉਹਦੀ ਸਿਫਾਰਸ਼ਾਂ ਕਰ ਰਿਹਾ। ਹੁਣ ਇਹ ਉਹਦੀ ਸਿਫਾਰਸ਼ਾਂ ਮੰਨੂਗੇ ਜਾਂ ਸੈਂਟਰ ਗੌਰਮੈਂਟ ਦੇ ਇਹ ਹੱਕ ਵਿੱਚ ਜਾਊਗੇ। ਸੋ ਇਸ ਕਰਕੇ ਸਰਕਾਰ ਜਿੰਨੇ ਵੀ ਕੰਮ ਕਰ ਰਹੀ ਹੈ ਬਗੈਰ ਸੋਚੇ ਸਮਝੇ ਕਰ ਰਹੀ ਹੈ, ਉਹਦੇ ਨਾਲ ਪਬਲਿਕ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਅੱਜ ਦੁੱਖ ਇਸ ਗੱਲ ਦਾ ਕਿ ਹੁਣ ਲਾਕਡਾਊਨ ਕਰ ਦਿੱਤਾ। ਜਿਹੜਾ ਬੰਦਾ ਡੇਲੀ ਕਮਾ ਕੇ ਲੈ ਕੇ ਆਉਂਦਾ, ਕੋਈ ਰੇਹੜੀ ਵਾਲਾ, ਰਿਕਸ਼ੇ ਵਾਲਾ, ਹੋਰ ਕਿਸੇ ਕੰਮ ਵਾਲਾ ਜਾਂ ਛੋਟਾ ਦੁਕਾਨਦਾਰ ਆ, ਉਹਦਾ 2 ਦਿਨ ਲਈ ਦੁਕਾਨਾਂ ਬੰਦ ਹੋ ਗਈਆਂ। ਉਹਦਾ ਪੱਲੇ ਆਰਥਿਕ ਤੌਰ 'ਤੇ ਉਹਦੇ ਪੱਲੇ ਕੱਖ ਨਹੀਂ ਰਿਹਾ।
ਅੱਜ ਦੇ ਹਾਲਾਤ ਇਹ ਆ ਕਿ ਬੰਦਾ ਮੰਗ ਨਹੀਂ ਸਕਦਾ, ਉਹਦੀ ਜ਼ਮੀਨ ਅਲਾਉ ਨਹੀਂ ਦੇ ਰਹੀ, ਪਰ ਬਹੁਤ ਸਾਰੇ ਲੋਕਾਂ ਕੋਲ ਜੇਬ 'ਚ ਪੈਸਾ ਹੀ ਹੈ ਨਹੀਂ। ਜੇ ਰੱਬ ਨਾ ਕਰੇ ਕਿਸੇ ਦਾ ਕੋਈ ਬੱਚਾ ਬਿਮਾਰ ਹੋ ਜਾਵੇ, ਘਰ 'ਚ ਕੋਈ ਗੱਲ ਹੋ ਜਾਵੇ, ਤੇ ਉਹ ਇੰਨੀ ਸਮਰੱਥਾ ਵਿੱਚ ਵੀ ਨਹੀਂ ਹੈਗੇ ਕਿ ਉਹਨਾਂ ਦੀ ਜੇਬ 'ਚ ਪੈਸਾ ਨਹੀਂ, ਸੜਕ 'ਤੇ ਮੰਗ ਹੋ ਸਕਦੇ ਨਹੀਂ। ਸੋ ਬੜੀ ਔਖੇ ਜਿਹੜੀ ਘੜੀ ਆ, ਜਾਂ ਤਾਂ ਸਰਕਾਰ ਨੇ ਲਾਕਡਾਊਨ ਕਰਨਾ ਆ ਤੇ ਇਹ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਾਵੇ, ਜਿਵੇਂ ਬਾਹਰਲੇ ਕੰਟਰੀਆਂ ਪਾ ਰਹੀਆਂ ਵੀ ਆਹ ਲਓ ਜੀ, ਤੁਸੀਂ ਕੰਮ ਨਾ ਕਰੋ, ਤੁਸੀਂ ਆਪਣਾ ਰੋਟੀ ਪਾਣੀ ਖਾਓ, ਤੁਹਾਡੇ ਖਾਤਿਆਂ ਵਿੱਚ ਪੈਸੇ ਆ ਰਹੇ ਆ। ਉਹਦਾ ਪੈਸੇ ਦਾ ਕੀ ਵੰਡਣੇ ਆ? ਸਾਡਾ ਰਾਸ਼ਨ ਜਿਹੜਾ ਗਰੀਬ ਲੋਕਾਂ ਦਾ ਆਇਆ, ਸੈਂਟਰ ਗੌਰਮੈਂਟ ਨੇ ਭੇਜਿਆ, ਉਹ ਰਾਸ਼ਨ ਵੀ ਨਹੀਂ ਵੰਡ ਰਿਹਾ। ਹੁਣ ਮੁੜ ਕੇ ਫੇਰ ਜਿਹੜੀ ਕਣਕ ਆ 2 ਰੁਪਏ ਕਿਲੋ ਵਾਲੀ ਜਿਹੜੀ ਸਕੀਮ ਇਹ ਚਲਾਈ ਸੀ, ਉਹ ਦੇਣ ਲੱਗ ਪਏ ਆ। ਜਿਹੜਾ 60% 50% ਰਾਸ਼ਨ ਜਿਹੜਾ ਸੈਂਟਰ ਦਾ ਪਿਆ ਸੀਗਾ, ਜਿਹੜੇ ਪੈਸੇ ਸੁਸਰੀਆਂ ਲੱਗਣੇ ਸ਼ੁਰੂ ਹੋ ਗਈਆਂ, ਕਿਹੜੇ ਪੈਣੇ ਸ਼ੁਰੂ ਹੋ ਗਏ। ਔਰ ਮੈਨੂੰ ਪਤਾ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਵੱਡਾ ਲੀਡਰ ਆ, ਉਹਦੇ ਮੈਰਿਜ ਪੈਲੇਸ ਦੇ ਵਿੱਚ ਜਿਹੜਾ ਆ ਉਹ ਰਾਸ਼ਨ ਭਰਿਆ ਪਿਆ, ਨਹੀਂ ਵੰਡਿਆ ਲੋਕਾਂ ਨੂੰ। ਸੋ ਇਸ ਕਰਕੇ ਸਰਕਾਰ ਜਿਹੜੀ ਆ, ਇੱਕ ਵੀ ਗੱਲ ਪਬਲਿਕ ਹਿੱਤ ਵਿੱਚ ਇਹਦੀ ਨਹੀਂ ਹੈਗੀ, ਬੁਰੀ ਤਰ੍ਹਾਂ ਨਾਲ ਫੇਲ ਹੋਆ। ਔਰ ਲੋਕ ਅੱਜ ਵੇਟ ਕਰ ਰਹੇ ਆ ਕਿ ਕਦੋਂ 22 ਜਿਹੜਾ ਆਵੇ ਤੇ ਇਹਨੂੰ ਅਸੀਂ ਜਿਹੜਾ ਆ ਉਹ ਚਲਦਿਆਂ ਕਰੀਏ। ਸਰ 2022 ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਵਿਧਾਨ ਸਭਾ ਦੇ ਵਿੱਚ, ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਵੱਖ-ਵੱਖ ਥਾਵਾਂ 'ਤੇ ਰੋਸ ਰੈਲੀਆਂ ਜਾਂ ਲੋਕਾਂ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਰੈਲੀ ਕਰਕੇ ਆਪਣੇ ਆਪ ਨੂੰ ਫਿਰ ਲੋਕਾਂ ਦੀ ਕਚਹਿਰੀ 'ਚ ਲਿਆ ਰਹੇ ਆ। ਕੀ ਜਿਹੜੀ ਉਹਨਾਂ ਦੀ ਪਹਿਲੇ ਚੋਣਾਂ ਦੌਰਾਨ ਸਥਿਤੀ ਸੀਗੀ, ਉਹ ਹੁਣ ਇਹ ਬਣਾ ਸਕਣਗੇ? ਦੇਖੋ, ਜਿਹੜੀ ਜਦੋਂ 17 ਦੇ ਵਿੱਚ ਇਲੈਕਸ਼ਨ ਹੋਈ ਆ, ਮੈਂ ਉਹੀ ਦੱਸਦਾ ਕਿ ਉਸ ਵੇਲੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੀਆਂ ਗੱਲਾਂ ਲੋਕਾਂ ਸਾਹਮਣੇ ਲੈ ਕੇ ਆਉਂਦੀਆਂ ਸੀ, ਕਿਉਂਕਿ ਅੰਨਾ ਹਜ਼ਾਰੇ ਨੇ ਇੱਕ ਲਹਿਰ ਪੈਦਾ ਕੀਤੀ ਸੀ ਦੇਸ਼ ਦੇ ਵਿੱਚ। ਅਸਲ ਜਿਹੜੀ ਗੱਲ ਸਮਝਣ ਦੀ ਲੋੜ ਆ ਕਿ ਉਹ ਲਹਿਰ ਅੰਨਾ ਹਜ਼ਾਰੇ ਦੀ ਸੀ। ਉਸ ਲਹਿਰ ਨੂੰ ਜਿਹੜੇ ਆ ਇਹ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਕੇਜਰੀਵਾਲ ਨੇ, ਉਹਨਾਂ ਨੇ ਉਸ ਲਹਿਰ ਨੂੰ ਆਪਣੇ ਵਿੱਚ ਲੈ ਕੇ ਲੋਕਾਂ ਦੇ ਵਿੱਚ ਉਹਦਾ ਬੈਨੀਫਿਟ ਲਿਆ, ਲੋਕਾਂ ਦੇ ਵਿੱਚ ਆਵਾਜ਼ ਉਠਾਈ ਵੀ ਅਸੀਂ ਇਹ ਜਿਹੜੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਆਮ ਆਦਮੀ ਪਾਰਟੀ ਜਿਹੜੀ ਆ ਲੋਕਾਂ ਦੇ ਹਿੱਤਾਂ ਲਈ ਕੰਮ ਕਰੂਗੀ। ਔਰ ਅਸੀਂ ਇਹ ਵੀ ਕਰਦੇ ਹਾਂ ਕਿ ਬੜੀਆਂ ਉਹ ਵੀ ਲੋਕ ਦਿਖਾਵੇ ਵਾਸਤੇ ਗੱਲਾਂ ਕੀਤੀਆਂ, ਜਿਹਦੇ ਵਿੱਚ ਇਕੱਲੇ ਸਾਡੇ ਦੇਸ਼ ਦੇ ਲੋਕ ਨਹੀਂ, ਸਾਡੇ ਬਾਹਰ ਬੈਠੇ ਭਰਾ NRI ਵੀ ਉਹਦੇ ਵਿੱਚ ਪ੍ਰਭਾਵਿਤ ਹੋਏ। ਔਰ ਉਹਨਾਂ ਨੇ ਵੱਡੇ ਲੈਵਲ ਦੇ ਉੱਪਰ ਜਿਹੜੇ ਆ ਫੰਡਿੰਗ ਕੀਤੀ ਇਸ ਪਾਰਟੀ ਨੂੰ ਕਰੋੜਾਂ ਅਰਬਾਂ ਦੇ ਰੁਪਈਆਂ ਦੇ ਵਿੱਚ। ਸੋ ਉਸ ਵੇਲੇ 17 ਦੇ ਵਿੱਚ ਇਹ ਵਿਰੋਧੀ ਪਾਰਟੀ ਦੇ ਤੌਰ 'ਤੇ ਪੰਜਾਬ ਦੇ ਵਿੱਚ ਆਮ ਆਦਮੀ ਆਈ। ਪਰ ਅੱਜ ਤੁਸੀਂ ਦੇਖੋ, ਥੋੜ੍ਹੇ ਸਮੇਂ ਦੇ ਬਾਅਦ ਜਿਹੜੇ ਬਹੁਤ ਸਰਗਰਮ ਲੀਡਰ ਸੀ ਆਮ ਆਦਮੀ ਪਾਰਟੀ ਦੇ, ਚਾਹੇ ਉਹਨਾਂ ਦੇ ਵਿੱਚ ਅਸੀਂ ਕਹਿ ਲਈਏ ਇਹ ਖਹਿਰਾ ਸਾਹਿਬ ਸੀਗੇ, ਚਾਹੇ ਸਾਡੇ ਦਿੱਲੀ ਦੇ ਜਿਹੜੇ ਬਹੁਤ ਤਕੜੇ ਵਕੀਲ ਆ, ਉਹ ਇੱਥੋਂ MLA ਬਣੇ ਸੀ, ਉਹ ਵੀ ਅਸਤੀਫਾ ਦੇ ਕੇ ਚਲੇ ਗਏ। ਅੱਜ ਛੋਟੇਪੁਰ ਸਾਹਿਬ ਕਿਤੇ ਨਹੀਂ ਲੱਭਦਾ, ਘੁੱਗੀ ਵਿੱਚ ਆਇਆ ਸੀ ਪਰ ਇਹਨਾਂ ਦਾ ਉਹ ਕਿਤੇ ਨਹੀਂ ਲੱਭਦਾ। ਹੁਣ 4-5 ਜਿਹੜੇ ਇਹਨਾਂ ਦੇ MLA ਆ, ਉਹਨੇ 2-3 ਦੇ ਕਾਂਗਰਸ ਜੁਆਇਨ ਕਰ ਲਈ, ਬਾਕੀ ਲੋਕ ਵੀ ਚੱਲੇ ਸੀ ਉਸ ਪਾਸੇ ਨੂੰ। ਉਹ ਜਿਹੜੇ ਆ ਉਹ ਬਿਲਕੁਲ ਖਿਲਰ ਪੱਤਰ ਗਈ ਆ, ਉਹ ਲਹਿਰ ਲੋਕਾਂ ਵਿੱਚ ਹੈ ਨਹੀਂ ਰਹਿੰਦੀ। ਕੁੰਦੀ ਜਿਹੜੀ ਕਸਰੋ ਆ ਉਹ ਇਹਨਾਂ ਦੇ ਅੰਦਰ ਖਾਤੇ ਕੋਈ ਵੱਡਾ ਜਿਹੜਾ ਆ ਉਹ ਆਪਸ ਵਿੱਚ ਚੱਲ ਰਹੀ ਆ, ਪਾੜਾ ਪੈ ਗਿਆ। ਕਿਉਂਕਿ ਕੁਝ ਬੰਦਿਆਂ ਨੇ ਇਸ ਚੀਜ਼ ਦੀ ਮੰਗ ਕਰਤੀ ਆ ਕਿ ਭਗਵੰਤ ਮਾਨ 110 ਕਰੋੜ ਰੁਪਈਆ ਜਿਹੜਾ NRI ਦਾ ਆਇਆ ਸੀ, ਉਹਦਾ ਹਿਸਾਬ ਨਹੀਂ ਦਿੱਤਾ। ਉਹਦੀਆਂ ਪ੍ਰਾਪਰਟੀਆਂ ਦੀ ਗੱਲਾਂ ਵੀ ਸਾਹਮਣੇ ਆਉਣ ਲੱਗ ਪਈਆਂ, ਅਮਰੀਕਾ ਦੇ ਵਿੱਚ ਸ਼ੋਰੂਮ ਖਰੀਦਣ ਦੀਆਂ ਗੱਲਾਂ ਵੀ ਸਾਹਮਣੇ ਆਉਣ ਲੱਗ ਪਈਆਂ। ਸੋ ਇੱਥੇ ਰੌਲਾ ਇਹ ਵੀ ਆ ਕਿ ਭਗਵੰਤ ਮਾਨ ਜੀ ਜਿਹੜੇ ਪ੍ਰਧਾਨ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਅੰਦਰ, ਉਹ ਮੰਗ ਕਰਦੇ ਆ ਕਿ ਜਿਹੜਾ ਤੁਸੀਂ ਮੈਨੂੰ CM ਦਾ ਕੈਂਡੀਡੇਟ ਜਿਹੜਾ ਆ ਉਹ ਅਨਾਊਂਸ ਕਰੋ। ਉਹ ਕੇਜਰੀਵਾਲ ਜਿਹੜੇ ਉਹ ਚਾਹੁੰਦੇ ਨਹੀਂ, ਕਿਉਂਕਿ ਕੇਜਰੀਵਾਲ ਕਿਤੇ ਨਾ ਕਿਤੇ ਚਾਹੁੰਦਾ ਹੈ ਕਿ ਮੈਂ ਦੂਜੀ ਵਾਰੀ ਦਿੱਲੀ ਦਾ ਮੁੱਖ ਮੰਤਰੀ ਬਣ ਗਿਆ। 22 ਦੇ ਵਿੱਚ ਮੇਰੇ ਅੱਧੀ ਟਨ ਜਿਹੜੀ ਦਿੱਲੀ ਦੀ ਸਮਾਪਤ ਹੋ ਜਾਣੀ ਹੈ, ਤੀਜੀ ਵਾਰੀ ਸ਼ਾਇਦ ਮੈਨੂੰ ਦਾਲ ਨਾ ਲੱਗੇ। ਤੇ ਜੇ ਪੰਜਾਬ ਦੀ ਸਰਕਾਰ ਬਣਦੀ ਹੈ ਤਾਂ ਹੋਰ ਕਿਉਂ ਮੁੱਖ ਮੰਤਰੀ ਬਣੇ, ਮੈਂ ਕਿਉਂ ਛੱਡ ਕੇ ਪੰਜਾਬ ਦਾ ਮੁੱਖ ਮੰਤਰੀ ਬਣਾ। ਇਸ ਕਰਕੇ ਸਾਰੀਆਂ ਉਹ ਗੱਲਾਂ ਆ ਜਿਹੜੀਆਂ ਗੱਲਾਂ ਅੱਜ ਜਿਹੜੇ ਸਾਡੇ ਸਿਆਸੀ ਮਾਹਰ ਲੋਕ ਆ ਉਹ ਸਮਝ ਚੁੱਕੇ ਆ ਕਿ ਕੇਜਰੀਵਾਲ ਨੇ ਵੀ ਕੈਪਟਨ ਵਾਂਗ ਬਹੁਤ ਵੱਡਾ ਝੂਠ ਬੋਲਿਆ ਕਿ ਮੈਂ ਦਿੱਲੀ ਦੇ ਵਿੱਚ ਇੰਨੇ ਸਕੂਲ ਵਧੀਆ ਕਰਤੇ, ਮੈਂ ਆਹ ਵੀ ਕਰਤਾ, ਉੱਥੇ ਮੈਂ ਡਿਸਪੈਂਸਰੀਆਂ ਖੋਲ੍ਹ ਦਿੱਤੀਆਂ, ਉੱਥੇ ਮੈਂ ਹਸਪੀਟਲ ਖੋਲ੍ਹ ਦਿੱਤੇ। ਪਰ ਅਸਲੀਅਤ ਜਦੋਂ ਗਰਾਊਂਡ 'ਤੇ ਜਾ ਕੇ ਦੇਖਿਆ, ਉਹ ਚੀਜ਼ਾਂ ਜਿਹੜੀਆਂ ਕਿਤੇ ਨਜ਼ਰ ਨਹੀਂ ਆਈਆਂ। ਸੋ ਲੋਕ ਇਸ ਗੱਲ ਨੂੰ ਸਮਝ ਗਏ ਆ, ਆਮ ਆਦਮੀ ਪਾਰਟੀ ਜਿਹੜੀ ਬਿਲਕੁਲ ਪਿੱਛੇ ਰਹਿ ਗਈ ਆ। ਇਸ ਵੇਲੇ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਨੂੰ 17 ਦੇ ਵਿੱਚ ਗੁੰਮਰਾਹ ਕੀਤਾ ਗਿਆ ਸੀ, ਅੱਜ ਲੋਕਾਂ ਨੂੰ ਉਹ ਸਪਸ਼ਟ ਹੋ ਗਏ ਪੀਸ਼ਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਕਰਨ ਵਾਸਤੇ ਇਹ ਸਭ ਝੂਠੀਆਂ ਗੱਲਾਂ ਕੀਤੀਆਂ ਗਈਆਂ ਸੀ। ਸ਼੍ਰੋਮਣੀ ਅਕਾਲੀ ਦਲ ਮੁੜ ਕੇ ਫਿਰ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਣ ਰਹੀ ਆ। ਵੱਡੇ ਇਕੱਠ ਹੋਣੇ ਸ਼ੁਰੂ ਹੋਏ ਸੀ। ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੀ ਚੜ੍ਹਤ ਨੂੰ, ਸਾਡੇ ਇਕੱਠਾਂ ਨੂੰ ਰੋਕਣ ਵਾਸਤੇ ਇਹ ਸਰਕਾਰ ਕਿਤੇ ਨਾ ਕਿਤੇ ਰੋਜ਼ ਜਿਹੜੀਆਂ 44 ਲਾ ਰਹੀ ਆ, ਰੋਜ਼ ਜਿਹੜੇ ਆ ਇਹ ਬੰਦ ਕਰ ਗੱਲਾਂ ਕਰ ਰਹੀ ਆ ਲਾਕਡਾਊਨ ਦੀਆਂ, ਕਿ ਅਕਾਲੀ ਦਲ ਜਿਹੜਾ ਆ ਬਹੁਤ ਸਪੀਡਲੀ ਅੱਗੇ ਜਿਹੜਾ ਆ ਉਹ ਵਧ ਰਿਹਾ। ਸੋ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਹੋਰ ਜਿਹੜੀਆਂ ਪਾਰਟੀਆਂ ਵੀ ਆ ਖੱਬੇ ਸੱਜੇ ਜਿਹੜੀਆਂ ਇਹ ਖੜੀਆਂ ਹੋ ਰਹੀਆਂ, ਇਹਨਾਂ ਦਾ ਮੰਤਵ ਸਿਰਫ ਜਿਹੜਾ ਹੈਗਾ ਆ ਉਹ ਅਕਾਲੀ ਦਲ ਨੂੰ ਢਾਹ ਲਾਉਣਾ ਆ। ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬੜਾ ਤਕੜਾ ਤੇ ਮਜ਼ਬੂਤ ਹੋ ਕੇ ਅਗਾਂਹ ਵਧ ਰਿਹਾ। 22 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਸਰਕਾਰ ਜਿਹੜਾ ਆ
ਉਹ ਸਰ ਬਣੂਗੀ। ਇਹ ਜਿਹੜੀ ਖੱਬੇ ਸੱਜਿਆਂ ਦੀ ਤੁਸੀਂ ਪਾਰਟੀਆਂ ਦੀ ਖੜੀਆਂ ਹੋ ਰਹੀਆਂ ਗੱਲਾਂ, ਇਹ ਤੁਹਾਡੇ ਕੀ ਭਾਵ ਆ? ਅਸੀਂ ਗੱਲ ਕਰੀਏ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਕਾਂਗਰਸ ਦੀ ਗੱਲ ਕੀਤੀ, ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਉਹਦੇ ਵਿੱਚ ਵੀ ਸੀਨੀਅਰ ਜਿਹੜੇ ਬਹੁਤ ਟਕਸਾਲੀ ਜਿਨ੍ਹਾਂ ਸੁਖਦੇਵ ਸਿੰਘ ਜੀ ਢੀਂਡਸਾ ਜਿਹੜੇ ਵੱਡੇ ਬਾਦਲ ਸਾਹਿਬ ਜੀ ਦੇ ਬਹੁਤ ਕਰੀਬੀ ਰਹੇ, ਬੜਾ ਇੱਕ ਦੂਸਰੇ ਦੇ ਨਾਲ ਆ, ਅਤੇ ਉਹ ਵੱਖਰੀ ਪਾਰਟੀ ਬਣਾ ਰਹੇ। ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੇ ਬੇਟੇ ਆ, ਉਹ ਬਾਹਰ ਵੀ ਰਹੇ ਆ ਵੀ ਕਿਸੇ ਤਰ੍ਹਾਂ ਹਾਲਤ ਸੁਲਝਣ, ਪਰ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਤਾਂ ਗੱਲ ਠੀਕ ਹੈ ਕਿ ਜਿਹੜੀਆਂ ਇਹ ਪਾਰਟੀਆਂ ਆ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਦੁਬਾਰਾ ਫੇਰ ਕਰਨ ਲਈ ਇਹਨਾਂ ਨੇ ਯਤਨ ਸ਼ੁਰੂ ਕੀਤੇ ਆ। ਸਭ ਤੋਂ ਪਹਿਲਾਂ ਜਿਹੜੀ ਪਾਰਟੀ ਆ ਉਹ ਟਕਸਾਲੀਆਂ ਦੀ ਬਣੀ, ਜਿਹਦੀ ਅਗਵਾਈ ਜਿਹੜੀ ਆ ਉਹ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤੀ। ਉਦੋਂ ਸੇਖਵਾਂ ਜੀ ਆਏ, ਹੋਰ ਬੰਦੇ ਵੀ ਆਏ, ਅਤੇ ਹੋਰ ਬਹੁਤ ਸਾਰੇ ਬੰਦੇ ਉਹਨਾਂ ਦੇ ਪਾਰਟੀਆਂ ਦੇ ਵਿੱਚ, ਚਾਹੇ ਆਪਣੇ ਛੋਟੇ ਨਹੀਂ ਆਪਣੇ ਰਾਮੂ ਵਾਲੀਆ ਜੀ ਔਰ ਢੀਂਡਸਾ ਜੀ, ਵੀਰ ਦਵਿੰਦਰ ਜੀ, ਉਹ ਸਾਰੇ ਬੰਦਿਆਂ ਨੇ ਉੱਥੇ ਜਾ ਕੇ 2-4 ਮੀਟਿੰਗਾਂ ਵੀ ਕਰਕੇ ਦੇਖ ਲਈਆਂ, ਪਰ ਉਹਨਾਂ ਨੂੰ ਕੋਈ ਗੱਲ ਪੱਲੇ ਨਹੀਂ ਪਈ। ਕਿਉਂਕਿ ਵੀਰ ਦਵਿੰਦਰ ਨੇ ਜਦੋਂ ਪਾਰਲੀਮੈਂਟ ਲੜੀ ਆ ਨਾ ਅਨੰਦਪੁਰ ਸਾਹਿਬ ਤੋਂ, ਉਹਨੂੰ ਸਿਰਫ 9000 ਵੋਟ ਪਈ ਆ 9 ਹਲਕਿਆਂ ਦੇ ਵਿੱਚੋਂ, ਅਤੇ ਉਹਦੇ ਨਾਲ ਤਾਂ ਜਿਹੜੇ ਨੋਟਾਂ ਵੱਧ ਵੋਟਾਂ ਲੈ ਗਿਆ। ਇਸ ਕਰਕੇ ਉਹ ਪਾਰਟੀ ਜਦੋਂ ਫੇਲ ਹੁੰਦੀ ਨਜ਼ਰ ਆਈ, ਉਸ ਵੇਲੇ ਜਿਹੜੇ ਲੋਕ ਅਕਾਲੀ ਦਲ ਨੂੰ ਡਾਊਨ ਕਰਨਾ ਚਾਹੁੰਦੇ ਸੀਗੇ, ਉਹਨਾਂ ਅਕਾਲੀ ਦਲ ਨੇ ਕਿਹਾ ਕਿ ਇਹ ਗੱਲ ਬ੍ਰਹਮਪੁਰਾ ਦਾ ਜਿਹੜਾ ਤੀਰ ਇਹ ਨਹੀਂ ਚੱਲਿਆ। ਉਦੋਂ ਬਾਅਦ ਨਵੀਂ ਜਿਹੜੀ ਗੱਲ ਸਾਹਮਣੇ ਆਈ ਆ, ਉਹ ਕਿਤੇ ਨਾ ਕਿਤੇ ਜਿਹੜਾ ਢੀਂਡਸਾ ਸਾਹਿਬ ਨੂੰ ਪਹਿਲਾਂ ਵੀ ਗੱਲ ਚੱਲਦੀ ਸੀ, ਉਹ ਚੱਲਦੀ ਸੀ ਮੇਰੀ ਸਿਹਤ ਠੀਕ ਨਹੀਂ, ਮੈਂ ਜਿਹੜੀ ਸਰਕਾਰੀ ਪੋਲਿਟਿਕਸ ਤੋਂ ਪਿੱਛੇ ਹਟਣਾ ਚਾਹੁੰਦਾ, ਪਰ ਅੰਦਰ ਖਾਤੇ ਕੁਝ ਗੱਲਾਂ ਹੋਰ ਸੀ। ਉਹਨਾਂ ਗੱਲਾਂ ਨੂੰ ਲੈ ਕੇ ਜਿਹੜੀਆਂ ਆ ਇਹਨਾਂ ਪਾਰਟੀਆਂ ਨੇ ਜਾਂ ਉਹਨਾਂ ਲੋਕਾਂ ਨੇ, ਵੱਡੀਆਂ ਤਾਕਤਾਂ ਨੇ, ਉਹਨਾਂ ਨੂੰ ਉਭਾਰਿਆ ਹੈਗਾ। ਉਹਨੂੰ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਨੂੰ ਸੱਟ ਮਾਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਜਿਹੜਾ ਆ, ਡੈਮੋਕ੍ਰੇਟ ਤਾਂ ਹੁਣ ਰੱਖ ਦਿੱਤਾ ਨਾ ਸਾਰੇ ਸਿਆਣੇ ਲੋਕਾਂ ਨੇ। ਇਹਦਾ ਕਹਿੰਦਾ ਤਾਂ ਮੇਰਾ ਨਾ ਹੈ ਹੀ ਸ਼੍ਰੋਮਣੀ ਅਕਾਲੀ ਦਲ, ਉਹਦਾ ਅਕਾਲੀ ਦਲ ਬਦਲਿਆ, ਫਿਰ ਅਕਾਲੀ ਦਲ ਦਾ ਕਿਉਂ ਦਾ ਪੈਟਰਨ ਬਦਲਿਆ, ਹੁਣ ਡੈਮੋਕ੍ਰੇਟ ਆਪਣੇ ਆਪ ਨੂੰ ਕਿਉਂ ਲਿਖਾਉਣ ਲੱਗ ਪਏ। ਔਰ ਜਿਹੜੇ ਬੰਦੇ ਉਹਦੇ ਵਿੱਚ ਜਿਹੜੇ ਜਾ ਵੀ ਰਹੇ ਆ, ਮੈਨੂੰ ਪਤਾ ਇਹਨਾਂ ਗੱਲਾਂ ਦਾ, ਉਹ ਬੰਦਿਆਂ ਦੇ ਅਸੀਂ ਜਦੋਂ ਰੋਜ਼ ਮੁਲਾਂਕਣ ਕਰਦੇ ਹਾਂ। ਹੁਣ ਤਲਵੰਡੀ ਉੱਧਰ ਗਿਆ, ਸਾਡੀ ਥੋੜ੍ਹੇ ਦਿਨ ਪਹਿਲਾਂ ਤਲਵੰਡੀ ਇੱਥੇ ਖੰਨੇ ਦੇ ਵਿੱਚ ਇੱਕ ਰੈਲੀ ਸੀ, ਜਿਹੜਾ PA ਸੀ ਨਾ ਤਲਵੰਡੀ ਦਾ, ਉਹ ਸਭ ਤੋਂ ਮੂਹਰੇ ਬੈਠਾ ਸੀ ਸਾਡੀ ਰੈਲੀ ਦੇ ਵਿੱਚ, ਔਰ ਇੱਕ ਵੀ ਬੰਦਾ ਖੰਨੇ ਤੋਂ, ਇੱਕ ਵੀ ਬੰਦਾ ਤਲਵੰਡੀ ਦੇ ਨਾਲ ਉਹ ਨਹੀਂ ਗਿਆ। ਸੋ ਇੱਦਾਂ ਜਿਹੜੇ ਬਾਕੀ ਜਿਹੜੇ ਬੰਦੇ ਜਾਂਦੇ ਆ, ਜਿਹਨਾਂ ਨੂੰ ਅੱਗੇ ਜੇ ਟਿਕਟਾਂ ਨਹੀਂ ਮਿਲੀਆਂ ਜਾਂ ਟਿਕਟਾਂ ਨਹੀਂ ਹੈਗੀਆਂ ਜਾਂ 2-3 ਵਾਰੀ ਹਰ ਚੁੱਕੇ ਲੋਕ ਆ, ਉਹ ਲੋਕ ਜਾਂਦੇ ਆ, ਗਿਣਤੀ ਹੋ ਜਾਣਾ ਵੱਖਰੀ ਗੱਲ ਵਾ, ਪਰ ਲੋਕਾਂ ਨੂੰ ਇਹ ਸਮਝ ਆ ਗਈ ਆ। ਕਿਉਂਕਿ ਢੀਂਡਸਾ ਸਾਹਿਬ ਨੂੰ ਅੱਜ ਲੋਕ ਸਵਾਲ ਪੁੱਛ ਰਹੇ ਆ ਕਿ ਢੀਂਡਸਾ ਸਾਹਿਬ ਤੁਸੀਂ ਕਿੰਨੀਆਂ ਇਲੈਕਸ਼ਨ ਲੜੇ ਸੀ, ਕਿੰਨੀਆਂ ਜਿੱਤੇ ਸੀ, ਪਰ ਤੁਸੀਂ ਹਮੇਸ਼ਾ ਤਾਕਤ ਵਿੱਚ ਰਹੇ ਆ। ਇਹਦਾ ਕੀ ਕਾਰਨ ਆ? ਕਿਉਂਕਿ ਢੀਂਡਸਾ ਸਾਹਿਬ ਜੇ ਜਿੱਤਦੇ ਹਾਰ ਵੀ ਜਾਂਦੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਰਾਜ ਸਭਾ ਵਿੱਚ ਭੇਜ ਦਿੰਦੇ ਸੀ, ਜਾਂ ਉਹਨਾਂ ਨੂੰ ਮੰਤਰੀ ਬਣਾ ਦਿੰਦੇ ਸੀ। ਸੈਂਟਰ ਵਿੱਚ ਵੀ ਉਹਨਾਂ ਨੂੰ ਮੰਤਰੀ ਰੱਖਿਆ। ਹੁਣ ਉਹਨੂੰ ਇਹ ਸੀ ਕਿ ਸੈਂਟਰ ਵਿੱਚ ਮੈਂ ਰਾਜ ਸਭਾ ਵਿੱਚ ਮੈਂ ਤੁਸੀਂ ਭੇਜ ਦਿੰਦੇ ਆ ਹਰੇ ਉਹਨੂੰ ਵੀ, ਅਤੇ ਮੈਨੂੰ ਮੰਤਰੀ ਵੀ ਸੈਂਟਰ 'ਚ ਬਣਾ ਦਿਓ। ਹੁਣ ਜਦ ਬੀਬਾ ਜੀ ਮੰਤਰੀ ਬਣ ਗਏ ਤਾਂ ਉਹਦੇ ਇਹ ਗੱਲ ਹਜਮ ਨਹੀਂ ਹੋ ਰਹੀ ਸੀ। ਔਰ ਕਿਤੇ ਨਾ ਕਿਤੇ ਉਹਨੂੰ ਵੀ ਆਪਣੇ ਜਿਹੜਾ ਪੁੱਤਰ ਮੋਹ ਉਹਦੇ ਮਨ ਵਿੱਚ ਵੀ ਸੀਗਾ ਵੀ 5 ਵਾਰੀ ਮੇਰਾ ਮੁੰਡਾ ਹੁਣ ਜਿਹੜਾ ਆ MLA ਬਣ ਗਿਆ, ਅਤੇ ਜੇ ਸੁਖਬੀਰ ਬਾਦਲ ਪਾਰਟੀ ਦਾ ਪ੍ਰਧਾਨ ਬਣ ਸਕਦਾ, ਕੱਲ੍ਹ ਨੂੰ ਮੁੱਖ ਮੰਤਰੀ ਬਣ ਸਕਦਾ, ਅਤੇ ਮੇਰਾ ਮੁੰਡਾ ਵੀ ਮੁੱਖ ਮੰਤਰੀ ਬਣਨਾ ਚਾਹੀਦਾ। ਸੋ ਇਹ ਇੱਕ ਉਹੀ ਗੱਲਾਂ ਆ ਜਿਹੜੀਆਂ ਉਹਨਾਂ ਦੇ ਮਨਾਂ ਦੇ ਵਿੱਚ ਆ ਕੇ ਢੀਂਡਸੇ ਮੁੰਡੇ ਨੂੰ ਉਹਨੂੰ ਇੰਨੀ ਵਾਰੀ ਜਿਤਾਇਆ, ਮੰਤਰੀ ਬਣਾਇਆ, ਉਹਨੇ ਜਵਾਈ ਨੂੰ ਟਿਕਟਾਂ ਦਿੱਤੀਆਂ। ਔਰ ਅੱਜ ਉਹ ਇੱਕੋ ਹੁਣ ਗੱਲ ਪੈਂਤਰਾ ਬਦਲ ਰਿਹਾ ਕਿ ਮੈਂ ਜੀ SGPC ਤੋਂ ਆਜ਼ਾਦ ਕਰਾਉਣਾ। ਪਹਿਲਾਂ ਤਾਂ ਜਿਹੜਾ ਗੁਰਦੁਆਰਾ ਮਖਤੂਆਣਾ ਸਾਹਿਬ ਆ, ਉਹ ਇਹਨੇ ਕੈਪਚਰ ਕੀਤਾ ਹੈ, ਉਹੀ ਤਾਂ ਆਜ਼ਾਦ ਕਰ ਦੇਵੇ। ਅੱਜ ਲੋਕ ਇਹ ਵੀ ਗੱਲ ਪੁੱਛਦੇ ਆ। ਸੋ ਇਸ ਕਰਕੇ ਇਹ ਪਾਰਟੀਆਂ ਦੀ ਜਿਹੜੀਆਂ ਗੱਲਾਂ ਆ, ਇਹ ਇੱਕ ਇੱਕ ਕਰਕੇ ਸਾਹਮਣੇ ਅਸੀਂ ਵੀ ਲਿਆਵਾਂਗੇ, ਹਾਲੇ ਟਾਈਮ ਵਕਤ ਹੈਗਾ, ਉਹ ਜਿੰਨੀ ਕੁ ਆਪਣੀ ਰੇਸ ਲਾਉਂਦੇ ਲਾ ਲੈਣ। ਪਰ ਇੱਕ ਗੱਲ ਮੈਂ ਬਹੁਤ ਕਲੀਅਰਲੀ ਕਹਿਣਾ ਚਾਹੁੰਦਾ, ਚਾਹੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਆ ਜਾਂ ਸਿੱਖ ਵਾ, ਚਾਹੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵਿੱਚ ਵਾ, ਲੋਕਾਂ ਨੂੰ ਇਹ ਗੱਲ ਬਿਲਕੁਲ ਸਾਫ਼ ਹੋ ਗਈ ਆ ਕਿ ਪੰਜਾਬ ਦੇ ਹਿੱਤ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਸੇਫ ਹੈ।